बोले सोने हाल सास भी अकाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਜੀ ਸਿੱਖੀ ਫॉर ਯੂਥ ਦੇ ਵਿੱਚ। ਸੋ ਇਹ ਸ਼ੋਅ ਖਾਸ ਕਰਕੇ ਯੂਥ ਲਈ ਹੁੰਦਾ। ਅਸੀਂ ਹਰੇਕ ਵੀਕ ਇਹ ਨਵਾਂ ਉਪਰਾਲਾ ਅਕਾਲ ਚੈਨਲ ਦੇ ਉੱਤੇ ਸ਼ੁਰੂ ਕੀਤਾ ਹੋਇਆ ਆ, ਜਿਸ ਦੇ ਵਿੱਚ ਯੂਥ ਦੇ ਮੈਂਬਰਸ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਾਂਗੇ। ਯੂਥ ਦੇ ਵਿੱਚ ਜਿਹੜੇ ਖਾਸ ਮੈਂਬਰਸ ਆ, ਸਿੱਖ ਯੂਥ ਦੇ ਵਿੱਚ ਜਿਹੜੇ ਖਾਸ ਲੋਕ ਆ, ਸਿੱਖ ਯੂਥ ਦੇ ਨਾਲ ਜਿਹੜੇ ਸੰਬੰਧ ਰੱਖਦੇ ਆ ਅਤੇ ਸਿੱਖੀ ਬਾਰੇ, ਸਿੱਖੀ ਸਿੱਖਿਆ ਗੁਰ ਵਿਚਾਰ ਬਾਰੇ ਆਪਾਂ ਗੱਲਬਾਤਾਂ ਕਰਾਂਗੇ। ਅਤੇ ਹਰੇਕ ਵੀਕ ਅਸੀਂ ਕੋਈ ਨਾ ਕੋਈ ਨਵਾਂ ਟੌਪਿਕ ਜਾਂ ਕੋਈ ਨਵਾਂ ਸਵਾਲ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹੁੰਦੇ ਹਾਂ। ਜਿੱਦਾਂ ਲਾਸਟ ਵੀਕ ਸਾਡਾ ਪਹਿਲਾ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਕਿ ਸਿੱਖਾਂ ਨੂੰ ਅੰਮ੍ਰਿਤ ਕਿਉਂ ਅਤੇ ਕਦੋਂ ਛਕਣਾ ਚਾਹੀਦਾ। ਅਤੇ ਹੁਣ ਇਸ ਵੀਕ ਕਿਉਂਕਿ ਦਿਹਾੜਾ ਵੀ ਆ ਰਿਹਾ ਹੈ 31 ਜੁਲਾਈ ਨੂੰ, ਸ਼ਹੀਦ ਊਧਮ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਵਸ ਆ ਉਹ ਆ ਰਿਹਾ। ਇਸ ਕਰਕੇ ਅਸੀਂ ਇੱਕ ਖਾਸ ਪ੍ਰੋਗਰਾਮ ਰੱਖਿਆ ਹੈ। ਅੱਜ ਸ਼ਹੀਦ ਊਧਮ ਸਿੰਘ ਬਾਰੇ ਆਪਾਂ ਗੱਲ ਕਰਾਂਗੇ, ਕਿਸ ਤਰ੍ਹਾਂ ਉਹਨਾਂ ਦੀ ਜੀਵਨੀ ਸੀਗੀ, ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਆ ਜਨਰਲ ਮਾਈਕਲ ਅਡਵਾਇਰ ਨੂੰ ਕਿਸ ਤਰ੍ਹਾਂ ਉਹਨਾਂ ਨੇ ਮਾਰਿਆ ਸੀਗਾ, ਕਿਉਂ ਮਾਰਿਆ ਸੀਗਾ, ਕੀ ਕਾਰਨ ਸੀਗਾ ਉਹਦੇ ਪਿੱਛੇ। ਅਤੇ ਕੋਸ਼ਿਸ਼ ਵੀ ਕਰਾਂਗੇ ਤੁਹਾਡੇ ਨਾਲ ਗੈਸਟ ਨਾਲ ਮਿਲਾਉਣ ਨੂੰ ਵੀ, ਜੇ ਸੰਪਰਕ ਹੋ ਸਕਿਆ ਤਾਂ ਫਿਰ ਅਸੀਂ ਗੈਸਟ ਨਾਲ ਵੀ ਮਨਾਵਾਂਗੇ, ਨਹੀਂ ਤਾਂ 10 ਇਕੱਲਾ ਆਪਾਂ ਅੱਜ ਸ਼ੋਅ ਕਰਾਂਗੇ ਤੁਹਾਡੇ ਨਾਲ। ਅਤੇ ਬਹੁਤ ਇੰਪੋਰਟੈਂਟ ਆ ਸੰਗਤ ਜੀ ਕਿ ਇੱਦਾਂ ਦੇ ਜਿਹੜੇ ਪ੍ਰੋਗਰਾਮ ਜਿਹੜੇ ਆ ਯੂਥ ਲਈ ਸਪੈਸ਼ਲੀ ਹੋਣ, ਬਿਕਾਜ਼ ਸਪੈਸ਼ਲੀ ਨਾਓ ਡੇਜ਼ ਯੂਥ ਨੂੰ ਇੱਕ ਕਿਸਮ ਦਾ ਪਿੱਛੇ ਰੱਖਿਆ ਹੋਇਆ ਆ। ਯੂਥ ਜਿਹੜੀ ਆ ਕਈ ਵਾਰੀ ਲਾਂਭੇ ਦਿੱਤੇ ਜਾਂਦੇ ਆ ਯੂਥ ਨੂੰ ਕਿ ਅੱਗੇ ਨਹੀਂ ਆਉਂਦੀ, ਅਤੇ ਜਦੋਂ ਅੱਗੇ ਆਉਣ ਦੀ ਕੋਸ਼ਿਸ਼ ਹੁੰਦੀ ਆ ਤਾਂ ਕਈ ਵਾਰੀ ਯੂਥ ਨੂੰ ਵੀ ਜਿਹੜਾ ਟੱਕਰਾਂ ਮਾਰ ਕੇ ਉਹਨਾਂ ਨੂੰ ਪਿੱਛੇ ਕੀਤਾ ਜਾਂਦਾ, ਜਦ ਕਿ ਅਸੀਂ ਫਿਊਚਰ ਆ, ਅਸੀਂ ਭਵਿੱਖ ਆ। ਅਤੇ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਵੱਧ ਤੋਂ ਵੱਧ ਜਿੱਦਾਂ ਅਸੀਂ ਸਿੱਖੀ ਦੇ ਵਿੱਚ ਲੱਗ ਸਕਦੇ ਹਾਂ, ਸਿੱਖੀ ਬਾਰੇ ਅਸੀਂ ਗੱਲਾਂ ਕਰੀਏ, ਸਿੱਖੀ ਬਾਰੇ ਜਿੰਨਾ ਨੌਲੇਜ ਵਿਦਵਾਨ ਰੱਖਦੇ ਆ ਉਹ ਤੋਂ ਕਈ ਕਿਸਮ ਆਪਾਂ ਜ਼ਿਆਦਾ ਸਾਡੇ ਮਨ ਦੇ ਵਿੱਚ ਇੱਦਾਂ ਹੋਣਾ ਚਾਹੀਦਾ ਕਿ ਅਸੀਂ ਰੱਖ ਸਕਦੇ ਹਾਂ। ਸੋ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜੀਆਂ ਚੀਜ਼ਾਂ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਸੰਗਤਾਂ ਨਾਲ ਅਸੀਂ ਗੱਲ ਕਰਾਂਗੇ। ਜੇ ਲਾਈਵ ਦੇ ਵਿੱਚ ਤੁਸੀਂ ਕਾਲ ਕਰ ਲੈਣਾ ਚਾਹੁੰਦੇ ਆ ਤਾਂ ਥੋੜ੍ਹੀ ਜਿਹੀ ਦੇਰ ਦੇ ਵਿੱਚ, ਥੋੜ੍ਹੇ ਜਿਹੇ ਐਪੀਸੋਡਾਂ ਤੋਂ ਬਾਅਦ ਅਸੀਂ ਇਹ ਵੀ ਸ਼ੁਰੂ ਕਰ ਦਾਂਗੇ ਜੇ ਸੰਗਤਾਂ ਦੇ ਰਿਕੁਐਸਟ ਹੋਣ। ਫੇਸਬੁੱਕ ਦੇ ਉੱਤੇ ਵੀ ਲਾਈਵ ਚੱਲ ਰਿਹਾ ਜੀ ਪ੍ਰੋਗਰਾਮ, ਤੁਸੀਂ ਜ਼ਰੂਰ ਕੌਮੈਂਟ ਦਿਓ, ਤੁਸੀਂ ਜ਼ਰੂਰ ਸਾਨੂੰ ਦੱਸਿਓ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ। ਜੇ ਤੁਸੀਂ ਕੋਈ ਟੌਪਿਕ ਦੇਣਾ ਚਾਹੁੰਦੇ ਸਾਨੂੰ ਤਾਂ ਜ਼ਰੂਰ ਤੁਸੀਂ ਕੋਈ ਟੌਪਿਕ ਵੀ ਦਿਓ, ਅਤੇ ਅਸੀਂ ਨੈਕਸਟ ਵੀਕ ਦੇ ਐਪੀਸੋਡਾਂ ਲਈ ਅਸੀਂ ਰੱਖੂਗੇ ਟੌਪਿਕਸ, ਕਿਉਂਕਿ ਅਗੇਨ ਇਹ ਜਿਹੜਾ ਇਹ ਪ੍ਰੋਗਰਾਮ ਆ ਯੂਥ ਲਈ ਆ। ਅਸੀਂ ਚਾਹੁੰਦੇ ਹਾਂ ਕਿ ਯੂਥ ਦੇ ਜਿਹੜੇ ਇਸ਼ੂਜ਼ ਆ ਇਹਦੇ ਵਿੱਚ ਪਤਾ ਲੱਗੇ ਕਿ ਆਖਰ ਯੂਥ ਜਿਹੜੀ ਆ, ਜਿਨ੍ਹਾਂ ਨੂੰ ਲਾਂਭੇ ਦਿੱਤੇ ਜਾਂਦੇ ਆ ਕਿ ਯੂਥ ਸਿੱਖੀ ਦੇ ਵਿੱਚ ਨਹੀਂ ਆ ਜਾਂ ਯੂਥ ਗੁਰਦੁਆਰਿਆਂ ਦੇ ਵਿੱਚ ਵੀ ਨਹੀਂ ਆਉਂਦੀ, ਪਰ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਜਿਹੜੇ ਯੂਥ ਵੀ ਆ, ਅਸੀਂ ਵੀ ਕਈ ਹਰੇਕ ਯੂਥ ਜਿਹੜਾ ਆ ਉਹ ਮਾਰਾ ਨਹੀਂ ਆ। ਹਰੇਕ ਸਿੱਖ ਯੂਥ ਕੋਈ ਪੁੱਠੇ ਪਾਸੇ ਨਹੀਂ ਲੱਗਾ ਆ। ਸਮ ਕਿ ਕਾਫੀ ਜਿਹੜੇ ਸਿੱਖ ਯੂਥ ਦੇ ਵਿੱਚੋਂ ਜਿਹੜੇ ਬੱਚੇ ਆ, ਕਾਫੀਆਂ ਨੇ ਅੰਮ੍ਰਿਤ ਵੀ ਛਕਿਆ ਆ, ਅਤੇ ਕਈ ਉੱਚੇ ਵਿਦਵਾਨਾਂ ਨਾਲੋਂ ਵੀ ਜ਼ਿਆਦਾ ਉਹਨਾਂ ਕੋਲ ਨੌਲੇਜ ਆ। ਸੋ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਨੀ ਆ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਆ ਅਸੀਂ ਇਹਨਾਂ ਬਾਰੇ, ਇਹਨਾਂ ਇਸ਼ੂਜ਼ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਸਰਦਾਰ ਊਧਮ ਸਿੰਘ ਬਾਰੇ ਅੱਜ ਅਸੀਂ ਗੱਲ ਕਰਾਂਗੇ। ਅਤੇ ਬਾਣੀ ਦੇ ਵਿੱਚ ਜਦੋਂ ਅਸੀਂ ਕਈ ਇਤਿਹਾਸਿਕ ਪੁਸਤਕ ਦੇਖਦੇ ਆ ਤਾਂ ਉਹਨਾਂ ਦੇ ਵਿੱਚ ਇੱਕ ਲਾਈਨ ਆਉਂਦੀ ਆ, ਤਬ ਇਨ ਭੰਨਿਓ ਗਰੀਬ ਨਿਵਾਜ ਸ਼ਸਤਰਨ ਕੇ ਅਧੀਨ ਹੈ ਰਾਜ। ਮਤਲਬ ਕਿ ਸ਼ਸਤਰਾਂ ਤੋਂ ਬਿਨਾਂ ਰਾਜ ਨਹੀਂ ਮਿਲ ਸਕਦਾ। ਅਤੇ ਇਹ ਕਾਫੀ ਫੇਮਸ ਲਾਈਨ ਆ, ਅਸੀਂ ਕਾਫੀ ਜਗ੍ਹਾ ਸੁਣਿਆ ਹੈ, ਗਾਣਿਆਂ ਦੇ ਵਿੱਚ ਵੀ ਕਈ ਵਾਰੀ ਆਉਂਦਾ। ਸਿੱਖ ਜਦੋਂ ਕਵਿਸ਼ਰੀ ਜਾਂ ਢਾਡੀਵਾਰਾਂ ਦੇ ਜਿਹੜੇ ਉਹ ਗਾਣੇ ਬਣਾਉਂਦੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਕਾਫੀ ਵਾਰੀ ਆਉਂਦਾ ਕਿ ਤਬ ਇਨ ਭੰਨਿਓ ਗਰੀਬ ਨਿਵਾਜ ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਗੁਰੂ ਸਾਹਿਬ ਨੇ ਇਹ ਸ਼ਸਤਰ ਜਿਹੜੇ ਦਿੱਤੇ ਸੀ ਗਰੀਬਾਂ ਨੂੰ ਨਵਾਜਣ ਲਈ ਦਿੱਤਾ ਸੀ, ਅਤੇ ਇਹਨਾਂ ਦੇ ਅਧੀਨ ਹੀ ਰਾਜ ਮਿਲਦਾ, ਇਹਨਾਂ ਕਰਕੇ ਹੀ ਜਿਹੜਾ ਰਾਜ ਮਿਲ ਰਿਹਾ। ਸੋ ਕੋਸ਼ਿਸ਼ ਕਰਾਂਗੇ ਸੰਗਤ ਜੀ ਕਿ ਵੱਧ ਤੋਂ ਵੱਧ ਅਸੀਂ ਹੁਣ ਸਰਦਾਰ ਊਧਮ ਸਿੰਘ ਬਾਰੇ ਗੱਲ ਕਰਾਂਗੇ, ਕਿਉਂਕਿ ਉਹਨਾਂ ਨੇ ਇੱਕ ਕਿਸਮ ਦਾ ਇਹ ਕਰ ਦਿਖਾ ਲਿਆ ਕਿ ਕਿਸ ਤਰ੍ਹਾਂ ਸ਼ਸਤਰਾਂ ਦੇ ਨਾਲ ਇੱਕ ਰਾਜ ਪ੍ਰਾਪਤ ਹੁੰਦਾ। ਕਿਉਂਕਿ ਭਾਵੇਂ ਕਿ ਇੰਡੀਆ ਦੇ ਵਿੱਚ ਸਿੱਖ ਜਿਹੜਾ ਐਮਪਾਇਰ ਸੀਗਾ ਉਹ ਖਤਮ ਹੋਇਆ ਸੀਗਾ, ਉਸ ਤੋਂ ਬਾਅਦ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਵੱਧ ਤੋਂ ਵੱਧ ਅਸੀਂ ਜਿੱਦਾਂ ਸਿੱਖਾਂ ਦੀ ਹੈਲਪ ਕਰ ਸਕਦੇ ਸੀ, ਵੱਧ ਤੋਂ ਵੱਧ ਭਾਰਤ ਨੂੰ ਕਿੱਦਾਂ ਅਸੀਂ ਆਜ਼ਾਦ ਕੀਤਾ, ਉਹਦੇ ਵਿੱਚ ਉਹਨਾਂ ਦਾ ਵੱਡਾ ਹਿੱਸਾ ਸੀ। ਸੋ ਮੇਰੇ ਨਾਲ ਗੈਸਟ ਵੀਡੀਓ ਕਾਲ ਦੇ ਉੱਤੇ ਜੁੜ ਚੁੱਕੇ ਆ ਜੀ ਜਸਪ੍ਰੀਤ ਸਿੰਘ। ਤੁਸੀਂ ਲਾਸਟ ਵੀਕ ਵੀ ਉਹਨਾਂ ਨੂੰ ਮਿਲਿਆ ਅਤੇ ਤੁਸੀਂ ਜਾਣਦੇ ਵੀ ਹੋਣਗੇ ਉਹਨਾਂ ਨੂੰ, ਜੇ ਤੁਸੀਂ BCU ਨੂੰ ਜਾਂਦੇ ਆ ਜਾਂ ਹੋਰ ਕਈ ਸਿੱਖ ਇੰਸਟੀਟਿਊਟਸ ਨੂੰ ਨਾਲ ਤੁਸੀਂ ਕੋਈ ਸੰਬੰਧ ਰੱਖਦੇ ਆ ਤਾਂ ਤੁਸੀਂ ਜ਼ਰੂਰ ਇਹਨਾਂ ਨੂੰ ਜਾਣਦੇ ਹੋਏ। ਆਓ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਜੀ ਅਤੇ ਇਸ ਕਾਫਲੇ ਨੂੰ ਅੱਗੇ ਵਧਾਉਂਦੇ ਆ। ਜਸਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਪ੍ਰੀਤ ਸਿੰਘ ਜੀ, ਆਬਵੀਅਸਲੀ ਅੱਜ ਅਸੀਂ ਟੌਪਿਕ ਮੇਨ ਰੱਖਿਆ ਹੋਇਆ ਹੈ ਕਿ ਸਰਦਾਰ ਊਧਮ ਸਿੰਘ ਦੀ ਜਿਹੜੀ ਜ਼ਿੰਦਗੀ ਸੀਗੀ ਕਿਸ ਤਰ੍ਹਾਂ ਦੀ ਉਹਨਾਂ ਦੀ ਬਤੀਤ ਹੋਈ ਆ। ਸ਼ੁਰੂ ਮੈਂ ਕੀਤੀ ਸੀ ਕਿ ਆਬਵੀਅਸਲੀ ਅਸੀਂ ਇੱਕ ਕਾਫੀ ਫੇਮਸ ਲਾਈਨ ਅਸੀਂ ਸੁਣਿਆ ਹੋਇਆ ਹੈ। ਕਈ ਜਿਹੜੇ ਸ਼ਹੀਦਾਂ ਦੇ ਟੈਕਸਟ ਦੇ ਵਿੱਚੋਂ ਇਹ ਵੀ ਲਾਈਨ ਮਿਲਦੀ ਆ। ਕਈ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਵੀ ਇਹ ਆ ਕਿ ਤਾਬਿਨ ਭੰਨਿਓ ਗਰੀਬ ਨਿਵਾਜ ਸ਼ਸਤਰਨ ਕੇ ਅਧੀਨ ਹੈ ਰਾਜ। ਮਤਲਬ ਸ਼ਸਤਰਾਂ ਤੋਂ ਬਿਨਾਂ ਰਾਜ ਨਹੀਂ ਮਿਲ ਸਕਦਾ। ਕਿਵੇਂ ਇਹ ਲਾਈਨ ਜਿਹੜੀ ਆ ਇਹ ਸਰਦਾਰ ਊਧਮ ਸਿੰਘ ਨਾਲ ਕਾਫੀ ਮਿਲਦੀ ਆ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਆਹ ਗੱਲ ਕਹਿਣਾ ਚਾਹੂੰਗਾ ਕਿ ਉਹ ਯੋਧੇ ਨੂੰ ਸਾਡਾ ਸਲਾਮ ਆ। ਉਹਦੇ ਕਰਕੇ ਅਸੀਂ ਹਿੱਕ ਚੌੜੀ ਕਰਕੇ ਜਦੋਂ ਲੰਡਨ ਹੋਈਏ ਜਾਂ ਕਿਤੇ ਵੀ ਹੋਈਏ ਅਸੀਂ ਤੁਰਦੇ ਹਾਂ। ਜੀ ਤੇ ਜਿਹੜੇ ਸ਼ਹੀਦਾਂ ਨੇ ਪਾਏ ਹੁੰਦੇ ਆ ਤੇ ਉਹ ਸਾਰਿਆਂ ਨੂੰ ਹੌਸਲਾ ਬਖਸ਼ਦੇ ਆ। ਬਿਲਕੁਲ ਬਟ ਇੰਪੋਰਟੈਂਟ ਗੱਲ ਆ ਰਾਜਵੀਰ ਸਿੰਘ ਜੀ, ਪਹਿਲਾਂ ਆਪਾਂ ਜੇ ਸਰਦਾਰ ਊਧਮ ਸਿੰਘ ਬਾਰੇ ਗੱਲ ਕਰੀਏ ਉਸ ਤੋਂ ਪਹਿਲਾਂ ਥੋੜੀ ਸਮਝਣ ਦੀ ਗੱਲ ਆ ਕਿ ਸਾਡਾ ਵਿਰਸਾ ਕੀ ਸਾਨੂੰ ਦੱਸਦਾ। ਜੀ ਜਦੋਂ ਗੋਰਿਆਂ ਨੇ ਸਾਡਾ ਰਾਜ ਜਿੱਦਾਂ ਕਹਿ ਲਓ ਕਿ ਕਬਜ਼ਾ ਕੀਤਾ ਹਨਾ, ਤੇ ਉਸ ਤੋਂ ਬਾਅਦ ਚ ਦੇਖਿਆ ਜਾਵੇ ਭਾਈ ਮਹਾਰਾਜ ਸਿੰਘ ਫਿਰ ਕੂਕਾ ਲਹਿਰ ਕਿ ਵਿਦਰੋਹ ਹਮੇਸ਼ਾ ਚੱਲਦਾ ਹੀ ਰਿਹਾ ਆ ਪੰਜਾਬ ਚ, ਕਿ ਅਸੀਂ ਕਿਤੇ ਗੋਡੇ ਨਹੀਂ ਟੇਕੇ। ਤੇ ਬਿਲਕੁਲ ਜਿਹੜੇ ਗੋਰੇ ਨੇ 3 ਸਾਲ ਦੇ ਵਿੱਚ ਪੂਰਾ ਸੋ ਕਾਲਡ ਹਿੰਦੁਸਤਾਨ ਆਪਣੇ ਥੱਲੇ ਲਾ ਲਿਆ ਸੀ, ਤੇ ਸਿਰਫ ਜੀ। ਪੰਜਾਬ ਦੇ ਰਾਜ ਨੂੰ 10 ਸਾਲ ਲੱਗੇ ਸੀਗੇ ਕਿ ਹਾਂ ਵੀ ਉਹ ਵੀ ਤਾਂ ਹੋਇਆ ਕਿਉਂਕਿ ਉਹ ਵਿੱਚੋਂ ਅੰਦਰੋਂ ਫੁੱਟ ਪੈ ਗਈ ਸੀ। ਜੀ ਤੇ ਇਹ ਪੰਜਾਬ ਦਾ ਏਰੀਆ ਵੱਡਾ ਨਹੀਂ ਸੀ, ਬਟ ਇਹ ਸਾਡੇ ਖੂਨ 'ਚ ਆ ਕਿ ਹਾਂ ਵੀ ਅਸੀਂ ਕੁਛ ਵੀ ਹੋ ਜਾਏ ਇੱਕ ਅਕਾਲ ਪੁਰਖ ਅੱਗੇ ਗੋਡੇ ਟੇਕਦੇ ਆ, ਨਾ ਕਿ ਬਿਲਕੁਲ। ਦੁਨਿਆਵੀ ਹਕੂਮਤਾਂ ਹਨਾ। ਪਰ ਸਭ ਤੋਂ ਵਧੀਆ ਗੱਲ ਊਧਮ ਸਿੰਘ ਦੀ ਇਹ ਆ, ਮੈਨੂੰ ਲੱਗਦੀ ਵੀ I've got so much respect for him. Yeah. It took 26 years for him to deliver the justice. ਉਹਨੂੰ Yeah. ਮੌਕੇ ਵੀ ਮਿਲੇ ਸੀ ਪਹਿਲਾਂ ਵੀ ਉਹਨਾਂ ਨੂੰ ਕਿ ਜੀ। ਹਾਂ ਵੀ ਮੈਂ ਇਹਨੂੰ ਬੰਦੇ ਨੂੰ ਗੱਡੀ ਚਾੜ ਸਕਦਾ, but the very idea to take that guy in the public event Yeah. is much respectable, like because that's what they did in Jallianwala Bagh. So Ji. there's a very elegant Jallianwala Bagh, very Indianized event, but if you look at what happened, it's a very Sikh oriented event. ਬਿਲਕੁਲ ਤੋ ਇਹਦੀ ਗੱਲ ਆਈ ਹੈ ਕਿ ਵਿਸਾਖੀ ਦੇ ਸਾਰੇ ਇਕੱਠੇ ਹੋਏ ਐਂਡ ਜੀ। ਦੈਟ ਮੈਸੇਜ ਔਨ ਵਿਸਾਖੀ, ਮੈਂ ਸਮਝ ਸਕਦਾ ਕਿ ਕਿੰਨਾ ਸ਼ੌਕ ਵੇਵ ਉੱਥੇ ਸੈਂਡ ਕੀਤੀ ਹੋਣੀ ਸਾਰਿਆਂ ਦੇ ਮਨਾਂ ਦੇ ਵਿੱਚ। ਤੋ Yeah. ਸਲਾਮ ਆ ਸਾਡੇ ਯੋਧਿਆਂ ਨੂੰ। ਤੇ ਉਹੀ ਗੱਲ ਆ ਰਾਜਵੀਰ ਸਿੰਘ ਜੀ, ਸ਼ਸਤਰਨ ਕੇ ਅਧੀਰ ਹੈ ਰਾਜ, ਕਿ ਜੀ। ਮਹਾਰਾਜ ਨੇ ਸਾਨੂੰ ਕਲਾ ਵੀ ਬਖਸ਼ੀ ਆ ਤੇ ਔਨ ਦਾ ਅਦਰ ਸਾਈਡ ਸਾਨੂੰ ਕਿਰਪਾਨ ਵੀ ਬਖਸ਼ੀ ਆ। ਕਿਰਪਾਨ ਦਾ ਮਤਲਬ ਆ ਹੈ ਕਿ ਜਿਹੜੀ ਕਿਰਪਾ ਕਰੇ। ਫਿਰ ਜਿਹੜੇ ਬਿਲਕੁਲ। ਜ਼ਾਲਮ ਆ, ਕਿਉਂਕਿ ਇਹ ਜਿਹੜਾ ਬੰਦਾ ਸੀਗਾ ਜਿਹੜਾ ਊਧਮ ਸਿੰਘ ਨੇ ਮਾਈਕਲ ਓਡਵਾਇਰ, ਉਹਨੇ ਪਹਿਲਾਂ ਵੀ ਕੋਈ ਗਲਤ ਕੰਮ ਕੀਤੇ ਸੀਗੇ ਆਇਰਲੈਂਡ ਦੇ ਵਿੱਚ। ਤੋ ਜੀ। ਮੈਂ ਸ਼ੁਕਰ ਕਰਦਾ ਕਿ ਹਾਂ ਵੀ ਸਾਡੇ ਪੁਰਖੇ ਇੰਨੇ ਅਣਖੀਲੇ ਆ। ਜੀ ਬਿਲਕੁਲ ਸਹੀ ਗੱਲ ਆ। ਵਾਕਈ ਸੰਗਤ ਜੀ, ਜਦੋਂ ਵੀ ਆਪਾਂ ਗੱਲਬਾਤ ਕਰਦੇ ਹਾਂ ਸਿੱਖ ਯੋਧਿਆਂ ਬਾਰੇ ਤਾਂ ਕਈ ਵਾਰੀ ਮਨ ਦੇ ਵਿੱਚ ਅਸੀਂ ਕਈ ਵਾਰੀ ਹੈਰਾਨ ਹੋ ਜਾਂਦੇ ਆ ਕਿ ਕਿਸ ਤਰ੍ਹਾਂ ਉਹਨਾਂ ਦੇ ਕਾਰਨਾਮੇ ਆ। ਇੱਕ ਕਿਤਾਬ ਦੇ ਵਿੱਚ ਬੰਦੂਕ ਨੂੰ ਲੁਕੋ ਕੇ ਲੈ ਕੇ ਜਾਣਾ, ਤੇ ਉਹ ਵੀ ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਜਿੱਥੇ ਹਰੇਕ ਇੰਡੀਅਨ ਦੇ ਉੱਤੇ ਸ਼ੱਕ ਪਿਆ ਜਾਂਦਾ ਸੀ। ਹਰੇਕ ਸਟੋਰ ਦੇ ਬਾਹਰ ਪੋਸਟਰ ਲਾਏ ਜਾਂਦੇ ਸੀ ਕਿ ਡੌਗਸ ਤੇ ਇੰਡੀਅਨਸ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਵੇਗਾ। ਸੋ ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਸਰਦਾਰ ਊਧਮ ਸਿੰਘ ਨੇ ਜਾ ਕੇ ਫਿਰ ਜਨਰਲ ਮਾਈਕਲ ਅਡਵਾਇਰ ਨੂੰ ਉੱਥੇ ਉਹਨੇ ਸਜ਼ਾ ਦਿੱਤੀ ਸੀ ਕੈਕਸਟਨ ਹੋਲ ਦੇ ਵਿੱਚ। ਤੇ ਤੁਸੀਂ ਉਸ ਹੋਲ ਦੇ ਤੁਸੀਂ ਦਰਸ਼ਨ ਵੀ ਕਰ ਸਕਦੇ ਆ, ਤੁਸੀਂ ਜਾ ਸਕਦੇ ਆ, ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦਾ ਹੋਲ ਆ। ਉਸ ਤਰ੍ਹਾਂ ਹੀ ਉਹਨਾਂ ਨੇ ਜਿਹੜਾ ਰੱਖਿਆ ਹੋਇਆ ਹੈ ਉਸ ਹੋਲ ਨੂੰ, ਤੇ ਪਿੱਛੇ ਬਾਹਰ ਵੀ ਤੁਸੀਂ ਉਹ ਪਲੈਕ ਦੇਖ ਸਕਦੇ ਆ। ਜਸਪ੍ਰੀਤ ਸਿੰਘ ਜੀ, ਆਮ ਨਾਟ ਸ਼ੋਰ ਇਫ ਯੂ ਬੀਨ ਟੂ ਕੈਕਸਟਨ ਹੋਲ ਔਰ ਨਾਟ, but I've been lucky enough to go. ਤੇ ਉੱਥੇ ਬਾਹਰ ਹੈ ਨਾ just outside where Udham Singh actually shot General Michael Adwyer, ਉੱਥੇ ਪਲੈਕ ਵੀ ਲੱਗਿਆ ਆ ਉਹਦੇ ਨਾਂ ਤੇ, and it explains all the ਇਤਿਹਾਸ ਕਿ ਕੀ ਉੱਥੇ ਵਾਕਈ ਹੋਇਆ ਤੇ ਕਿਸ ਤਰ੍ਹਾਂ ਊਧਮ ਸਿੰਘ ਨੇ ਬੜੇ ਕਲੈਵਰਲੀ ਤਰੀਕੇ ਨਾਲ ਉਸਨੇ ਉਹ ਬੰਦੂਕ ਜਿਹੜੀ ਸੀਗੀ ਅੰਦਰ ਲਿਆਂਦੀ, ਤੇ ਉਹ ਬੰਦੂਕ ਵੀ ਜਿਹੜੀ ਆ ਲੰਡਨ ਮਿਊਜ਼ੀਅਮ ਦੇ ਵਿੱਚ ਪਈ ਆ। So it's very very big ਇਤਿਹਾਸ that we have now. Obviously, the thing that tends to go hand in hand with this whole history with Bhagat Singh, Udham Singh, any of the Sikh freedom fighters during that time is obviously the Azadi movement. August ਦੇ ਵਿੱਚ ਆਉਣ ਲੱਗਾ ਹੈਗਾ obviously the Independence Day, right? ਪਰ ਸਿੱਖ ਨਹੀਂ ਉਹਨੂੰ ਮਨਾਉਂਦੇ। ਸਿੱਖ ਉਹਨੂੰ ਕਹਿੰਦੇ ਆ Black Day. We call it the Black Day or the Black Independence Day, ਹਨਾ? ਤੇ ਕਿਉਂ ਅਸੀਂ ਕਹਿੰਦੇ ਆ ਇਦਾਂ? What's the main reason behind it? ਐਂਡ ਰਾਜਵੀਰ ਸਿੰਘ ਜੀ, ਮੈਂ ਹਜੇ ਤੱਕ ਗਿਆ ਨਹੀਂ ਕੈਕਸਟਨ ਹਾਲ, ਪਰ ਮਾਰੇ ਦੀ ਕਿਰਪਾ ਨਾਲ ਇੱਕ ਦਿਨ ਜ਼ਰੂਰ ਜਾਊਂਗੇ। ਪਰ ਮੈਂ ਦੇਖਦਾ ਹਾਂ ਦੀਆਂ ਫੋਟੋਆਂ ਐਂਡ ਪਰਸਨਲੀ ਦ ਪ੍ਰਾਈਡ, ਦ ਕੌਨਫੀਡੈਂਸ ਵਿਚ I see on the faces of ਆਪਣੇ, it's just next level.
ਕਿਉਂਕਿ ਬਿਲਕੁਲ ਹੋਰਾਂ ਨੇ ਵੀ ਕਿੰਨਾ ਹੋਇਆ, ਹੋਰ ਵੀ ਕਿੰਨੀਆਂ ਕੌਮਾਂ ਆ ਸੋ ਕਾਲਡ ਇੰਡੀਆ ਦੇ ਵਿੱਚ, ਬਟ ਯਾ ਉਹਨਾਂ 'ਚ ਉਹ ਅਣਖ ਹੈਗੀ, ਉਹਨਾਂ 'ਚ ਉਹ ਗੱਲ ਨਹੀਂ ਹੈਗੀ। ਬਟ ਜੀ ਮੈਂ ਆ ਵੀ ਗੱਲ ਕਹਿਣਾ ਚਾਹੁੰਦਾ ਕਿ ਸਰਦਾਰ ਊਧਮ ਸਿੰਘ, ਸਰਦਾਰ ਭਗਤ ਸਿੰਘ ਸ਼ਹੀਦ ਜਿਹੜੇ ਹੋਏ ਆ, ਜੀ ਇਹ ਇੱਕ ਜਿੱਦਾਂ ਕਹਿ ਲਓ ਇਹ ਤਾਂ ਬਹੁਤ ਬਾਅਦ ਦੀ ਗੱਲ ਆ। ਯਾ ਉਹ ਤੋਂ ਪਹਿਲਾਂ ਗਦਰ ਮੂਵਮੈਂਟ, ਭਾਈ ਮਹਾਰਾਜ ਸਿੰਘ ਦੀ ਜਿਹੜੀ ਰਿਬੈਲੀਅਨ ਚੱਲੀ ਯਾ ਤੇ ਕੂਕਿਆਂ ਦੀ ਲਹਿਰ ਜਿਹੜੀ ਚੱਲੀ, ਉਹ ਚੀਜ਼ਾਂ ਨੇ ਮੁੱਢ ਬੰਨਿਆ ਆ ਸੋ ਕਾਲਡ ਆਜ਼ਾਦੀ ਜਿਹੜੀ ਹਿੰਦੁਸਤਾਨ ਨੂੰ ਮਿਲ ਗਈ, ਸਾਡੇ ਸਿਰ ਤੇ ਮਿਲੀ ਆ। ਤੇ ਉਹ ਜੀ ਚੀਜ਼ਾਂ ਨੇ ਮੁੱਢ ਬੰਨਿਆ। ਜੇ ਅਸੀਂ ਉਹ ਬੱਬਰ ਅਕਾਲੀਆਂ ਨੂੰ, ਵਾਹਿਗੁਰੂ ਮੇਰੇ ਰੌਂਗ ਤੇ ਖੜੇ ਹੋ ਜਾਂਦੇ ਜਦੋਂ ਮੈਂ ਬੱਬਰ ਅਕਾਲੀ ਦੀ ਗੱਲ ਕਰਦਾ, ਜੇ ਅਸੀਂ ਜੀ ਉਹ ਨਾ ਰੈਕਗਨਾਈਜ਼ ਕਰੀਏ ਤਾਂ ਫਿਰ ਚਲੋ ਇਹ ਤਾਂ ਬੱਚੇ ਆ ਉਹਨਾਂ ਦੇ ਸਾਹਮਣੇ। ਜੀ ਤਾਂ ਅਸਲੀ ਇੱਕ ਨਾ ਬ੍ਰਿਜ ਹੁੰਦਾ, I'll give you analogy, simple analogy. ਯਾ Imagine ਕੋਈ ਬ੍ਰਿਜ ਬਣਾਉਣਾ ਆਪਾਂ ਨਹਿਰ ਦੇ ਉੱਤੋਂ, so loads and loads of bricks they go under to let the bridge be up there. So ਯਾ the six Guru Sahib, many of them we don't even know their names, so they are the one who are the real foundations of like Sarbat da Pala ਉਹਨਾਂ ਨੇ ਕੀਤਾ, so we ਜੀ don't even know their names. So these people they came afterwards, I will say. ਪਰ ਉਹੀ ਗੱਲ ਆ ਕਿ ਜਦੋਂ ਦਿਸ ਸੋ ਕਾਲਡ ਆਜ਼ਾਦੀ ਆਈ ਤੇ ਗੁਰਸਿੱਖਾਂ ਦੀ ਗੱਲ, ਮਹਾਰਾਜ ਦੀ ਕਿਰਪਾ ਨਾਲ ਚਲੋ ਆਪਣੀ ਲੀਡਰਸ਼ਿਪ ਦੇ ਟਰਾਈਡ देयर ਬੈਸਟ, ਹਨਾ, ਯਾ ਤੇ ਇਨ ਸਰਟਨ ਟਰਮਸ ਕਿ ਮੇਰੇ ਹਿਸਾਬ ਦੇ ਨਾਲ ਸਾਨੂੰ ਕੁਛ ਨਾ ਕੁਛ ਪਹਿਲਾਂ ਹੀ ਤਿਆਰ ਰੱਖਣਾ ਚਾਹੀਦਾ ਸੀਗਾ ਕਿ ਹਾਂ ਵੀ ਸਾਡੇ ਕੋਲ ਆਪਣਾ ਮੁਲਕ ਹੋਵੇ। ਜੀ ਬਟ ਜਿਨ੍ਹਾਂ ਦੇ ਨਾਲ ਅਸੀਂ ਰਲੇ ਉਹ ਤਾਂ ਫਿਰ ਇੱਕ ਹਿਸਾਬ ਦਾ ਜਿੱਦਾਂ ਕਹਿ ਲਓ ਧੋਖੇਬਾਜ਼ ਫਰੈਂਡ। So it's a complicated relationship ਯਾ where the other person keeps on abusing other person, especially ਬਿਲਕੁਲ Gursikhs ਹੈ ਨਾ, Indian state. And ਜੀ ਜਦੋਂ ਵੀ ਕੋਈ ਚਿੱਤਰ ਪੈਣ ਲੱਗਦੇ ਆ ਫਿਰ ਹੱਥ ਜੋੜ ਕੇ ਸਰਦਾਰ ਜੀ, but then on the other side ਬਿਲਕੁਲ ਦਲੀਲ ਵੀ ਕਰਨਾ, ਹੈ ਨਾ। So I ਯਾ think the very idea of Udham Singh or any Shaheed, it should tell us that actually it's the time where we should be fighting for our own Raj as well, but ਜੀ only that Raj is Nirpaw Nirvair, so only the foundation which was laid by Sant Jarnail Singh ji Khalsa ਪਿੰਡਰਾਂ ਵਾਲੇ। So ਜੀ ਉਹਦੇ ਤੇ ਸਾਨੂੰ ਇੱਕ ਤਾਂ ਹੁੰਦਾ ਕਿ ਚਲੋ we have to recognize Sant ji as an idol, ਯਾ but we don't talk about their bhakti, we don't talk about the katha which they did, we don't talk about their life. Their life is just next level. So their life is ਬਿਲਕੁਲ from the Ladi, which ਜੀ started from the of Guru Arjan Dev Ji Maharaj. So ਜੀ the very idea that Sant Jarnail Singh Ji Maharaj, Khalsa Ji, they are inside Guru Granth Sahib Ji. So their jyot, for me personally, is inside all of young Sikhs. But the only way we can get it pargat is waking up Amrit Vela, then making ਜੀ sure our chop Nitnem is on point, and ਯਾ the very idea we do, it stays on point so that we can serve everyone. Bilkul, and I think this is one of the main messages that we need to get across as well to the youth. It's great to have a leader ho ke, hai na, like we obviously look at a lot of the youth jado aapa kise passe jande ha, hai na, ਤਾਂ whenever we see Sikh leaders, ਹੈ ਨਾ, ਜਦੋਂ ਦੀ ਗੱਲ ਚੱਲਦੀ ਆ ਤਾਂ ਸੰਤ ਬਾਬਾ ਜਰਨੈਲ ਸਿੰਘ ਨੂੰ ਪਹਿਲਾਂ ਹੀ ਮੋਰੇ ਕਰ ਦਿੰਦੇ ਆ ਕਿ that this is our leader, yeah, but ਉਹਦੇ ਨਾਲ ਜਿਹੜਾ ਲੀਡਰ ਦਾ ਫਿਰ ਜਿਹਦੇ ਪਿੱਛੇ ਲੀਡਰ ਦੇ ਜਿਹੜੇ ਹੁੰਦੇ ਆ, ਫੌਜ ਜਿਹੜੀ ਹੁੰਦੀ ਆ, ਉਹ ਵੀ ਉਹਦਾ ਰੂਪ ਹੋਣਾ ਚਾਹੀਦਾ। You know what I mean? So we have to adopt the same principles that they had. ਅਸੀਂ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਬਾਹਰ ਜਾ ਕੇ ਅਸੀਂ ਮੋਰਚਾ ਸੰਭਾਲ ਲਿਆ, ਪਰ ਉਹਦੇ ਵਿੱਚ ਜਿਹੜਾ ਇੱਕ ਨਿਚੋੜ ਆ ਬਾਣੀ ਦਾ, ਇਤਿਹਾਸ ਦਾ, ਬਾਣੇ ਦਾ ਜਿਹੜਾ ਸਾਡੇ ਨਾਲ ਜੁੜਿਆ ਹੋਇਆ, ਉਹ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਆ, ਬਾਣੀ, ਬਾਣਾ ਤੇ ਇਤਿਹਾਸ। ਇਹ ਤਿੰਨ ਚੀਜ਼ਾਂ ਤੋਂ ਬਿਨਾਂ ਨਾ ਅਸੀਂ ਸਹੀ ਮਾਇਨਿਆਂ 'ਚ ਸੰਤ ਜੀ ਦੇ ਫੈਨ ਹੋ ਸਕਦੇ ਆ, ਨਾ ਅਸੀਂ ਸਹੀ ਮਾਇਨਿਆਂ ਦੇ ਵਿੱਚ ਸਰਦਾਰ ਊਧਮ ਸਿੰਘ ਦੇ ਫੈਨ ਹੋ ਸਕਦੇ ਆ, ਨਾ ਸਹੀ ਮਾਇਨਿਆਂ 'ਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਹੋ ਸਕਦੇ ਆ। ਸੋ ਵਾਕਈ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਆ ਸੰਗਤ ਜੀ। ਇਟਸ ਸਮਥਿੰਗ that we should all be thinking about, that how are we using our leaders? Are we using them in the correct way, or are we just using them as a facade to hide what we're not doing? ਕਿਉਂਕਿ ਮੈਂ ਤੁਹਾਨੂੰ ਸਿੰਪਲ ਜਿਹੀ ਗੱਲ, ਜਿੱਦਾਂ ਮੈਂ I'll give you a very very simple example, ਹੈ ਨਾ। ਮੈਂ ਵੈਸੇ ਕਥਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਅਸੀਂ ਰੋਜ਼ ਕਹਿੰਦੇ ਆ ਕਿ ਗੁਰੂ ਘਰ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਅਸੀਂ ਗੁਰਮਤ ਦਾ ਅਸੀਂ ਪ੍ਰਚਾਰ ਕਰਦੇ ਹੁੰਦੇ ਆ। We always say that we make sure that ਗੁਰਮਤ is the right on the top in all the ਗੁਰਦੁਆਰੇ, ਹੈ ਨਾ। ਪਰ ਗੁਰੂ ਘਰਾਂ ਦੇ ਵਿੱਚ ਅਸੀਂ ਇਲੈਕਸ਼ਨਸ ਕਰਦੇ ਆ। ਸਿੱਖੀ ਜਿਹੜੀ ਆ ਇਹ ਇਲੈਕਸ਼ਨ ਦੀ ਉਹਦੇ ਵਿੱਚ ਕੋਈ ਚੀਜ਼ ਹੀ ਹੈ ਨਹੀਂ। ਸਿੱਖੀ ਇਜ਼ ਆਲ ਅਬਾਊਟ ਸਿਲੈਕਸ਼ਨ। ਜਦੋਂ ਪੰਜ ਪਿਆਰੇ ਗੁਰੂ ਸਾਹਿਬ ਨੇ
1699 ਦੀ ਵਿਸਾਖੀ ਦੇ ਉੱਤੇ when Guru Gobind Singh Ji Maharaj was standing and he asked for a head, he didn't say I choose you, let's vote, let's put in a democracy slips of how many people want to get up and give their head. ਪੰਜ ਸਿੰਘਾਂ ਨੇ ਆਪ ਉੱਠ ਕੇ ਸੀਸ ਦਿੱਤੇ ਸੀ। ਸੋ ਇਸ ਕਰਕੇ ਸਾਨੂੰ ਸੋਚਣ ਦੀ ਲੋੜ ਆ ਕਿ ਜਿੱਥੇ ਅਸੀਂ ਕਹਿੰਦੇ ਆ ਕਿ ਅਸੀਂ ਗੁਰਮਤ ਦਾ ਅਸੀਂ ਪ੍ਰਚਾਰ ਕਰਨਾ ਗੁਰੂ ਘਰਾਂ ਦੇ ਵਿੱਚ, ਇਸੇ ਹੀ ਤਰ੍ਹਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਗੁਰੂ ਘਰ ਚਲਾਏ ਕਿੱਦਾਂ ਜਾ ਰਹੇ ਆ, ਕਿਉਂਕਿ ਜੇ ਗੁਰੂ ਘਰ ਦੇ ਜਿਹੜੇ ਪ੍ਰਬੰਧ ਆ ਉਹ ਜੇ ਗੁਰਮਤ ਦੇ ਹਿਸਾਬ ਨਹੀਂ ਹੋ ਸਕਦੇ ਤਾਂ ਫਿਰ ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਹੀ ਮਾਇਨਿਆਂ 'ਚ ਗੁਰਮਤ ਦਾ ਪ੍ਰਚਾਰ ਕਰ ਰਹੇ ਹਾਂ। ਐਂਡ ਆਈ ਥਿੰਕ ਦਿਸ ਇਜ਼ ਵਨ ਆਫ ਦ ਥਿੰਗਸ ਦੈਟ we're starting to fall back on, and I think that ਜੇ ਅਸੀਂ ਸੋਚੀਏ ਹੈ ਨਾ ਕਿ ਸਹੀ ਮਾਇਨੇ 'ਚ ਅਸੀਂ ਕਿੱਦਾਂ ਆਪਣੇ ਲੀਡਰਾਂ ਨੂੰ ਪੇਸ਼ ਕਰ ਰਹੇ ਹਾਂ, then how is it that we are then allowing those kind of things to happen nowadays? ਐਗਜ਼ੈਕਟਲੀ ਰਾਜਵੀਰ ਸਿੰਘ, ਐਂਡ ਆਈ ਥਿੰਕ the very idea ਜਿੱਦਾਂ ਤੁਸੀਂ ਕਿਹਾ ਹੈ ਨਾ ਕਿ ਜਿਹੜੇ ਲੀਡਰ ਆ so they are the ones, they're the reflection of people behind them. so ਜੀ। ਇਹ ਬਹੁਤ ਇੰਪੋਰਟੈਂਟ ਗੱਲ ਆ ਕਿ ਜਿੱਦਾਂ ਦੇ ਲੋਕ ਹੁੰਦੇ ਆ ਉਦਾਂ ਦੀ ਫਿਰ ਉਹ ਲੀਡਰਸ਼ਿਪ ਡਿਜ਼ਰਵ ਕਰਦੇ ਆ। ਬਿਲਕੁਲ। ਤੇ ਪਰ ਸ਼ੁਕਰ ਮਹਾਰਾਜ ਦਾ ਕਿ ਸਾਨੂੰ ਜਰਨੈਲ ਸਿੰਘ ਜੀ ਜਿਹਨੇ ਸੁੱਤੀ ਕੌਮ ਜਗਾਈ, ਤੇ ਜੀ। ਕਈ ਆ ਵੀ ਹੁੰਦੇ ਜਿਹੜੇ ਸੁੱਤਿਆਂ ਨੂੰ ਜਗਾ ਦਿੰਦੇ, ਬਟ ਹੁਣ ਜਿਹੜੀ ਆਪਾਂ ਕੰਟੈਂਪਰੇਰੀ ਲੀਡਰਸ਼ਿਪ ਦੇਖਦੇ ਪਏ ਸੋ ਕਾਲਡ ਪੰਜਾਬੀ ਪੋਲਿਟਿਕਸ ਐਕਸੈਟਰਾ, ਸੋ I personally think that's a reflection of people like myself who are not properly into Sikhi yet. so ਉਹੀ ਗੱਲ ਆ ਕਿ ਸਾਨੂੰ ਮੇਨ ਗੱਲ ਆ ਕਿ ਅੰਮ੍ਰਿਤ ਵੇਲਾ ਫੋਕਸ ਕਰਨਾ ਪੈਣਾ, ਬਟ ਜੀ। ਔਨ ਟੌਪ ਆਫ ਇਟ ਨੀਡ ਟੂ ਰੈਕਗਨਾਈਜ਼ ਕਿ ਅਗਲਾ ਬੰਦਾ ਮੇਰਾ ਭਰਾ ਆ। Yeah, So we can exactly. disagree in the month, but the idea is this is a family. We are here to agree to disagree. Why? Yeah. Because we are Gursikhs. If we Ji. don't respect our other's view, then it's hard. So ਉਹੀ ਬਿਲਕੁਲ। ਗੱਲ ਹੈ ਕਿ ਪੰਥ ਦੇ ਵਿੱਚ ਇਕੱਠੇ ਆਰਗੇਨਾਈਜ਼ ਕਰਨਾ, ਐਂਡ ਸਭ ਤੋਂ ਵੱਡੀ ਗੱਲ ਮੈਂ ਰਾਜਵੀਰ ਸਿੰਘ ਦੀ ਇੱਕ ਗੱਲ ਆ ਕਹਿਣਾ ਚਾਹੂੰਗਾ, ਹਾਂਜੀ। ਭਾਈ ਸਿੰਘ ਜੀ ਕਹਿੰਦੇ ਹੁੰਦੇ ਆ ਸਿੱਖ ਸਿਆਸਤ ਵਾਲੇ, ਜੀ। ਤੇ ਉਹ ਕਹਿੰਦੇ ਸੀ ਜਦੋਂ ਵੀ ਸੰਗਤਾਂ ਨਾ ਪਹਿਲਾਂ ਮਿਲਦੀਆਂ ਹੁੰਦੀਆਂ ਸੀ ਪੁਰਾਣੀਆਂ, ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਨਾਮ ਸਿਮਰਨ ਕਰਨਾ, ਨਾਮ Okay. ਸਿਮਰਨ ਕਰਨਾ, ਨਾਮ ਜਪਣਾ, ਫਿਰ ਜੀ। ਉਹ ਤੋਂ ਬਾਅਦ ਕੋਈ ਮੀਟਿੰਗ ਸ਼ੁਰੂ ਕਰਨੀ। ਕਦੀ ਵੀ ਹੂੰ। ਦੇਖਿਓ ਜਦੋਂ ਆਪਾਂ ਨਾਮ ਸਿਮਰਨ ਕਰਦੇ ਹਾਂ, the ideas which we may have they just shatter because of love of Maharaj. ਜੀ। ਉਹ ਤੋਂ ਬਾਅਦ ਜਿਹੜੇ ਆਈਡੀਆਜ਼ ਉਹ ਡਿਸਕਸ ਕਰਦੇ ਸੀ ਤੇ ਉਹਦੇ ਵਿੱਚੋਂ ਰੈਵੋਲੂਸ਼ਨਾਂ ਹੁੰਦੀਆਂ ਸੀਗੀਆਂ। ਹੁਣ ਮੈਂ ਕਹਿਣਾ Yeah. ਤਾਂ ਨਹੀਂ ਚਾਹੁੰਦਾ, very rare ਕਿ in ਗੁਰਦੁਆਰਾ ਸਾਹਿਬ we see all the ਜਥੇਬੰਦੀਆਂ coming together. First they did Naam and Simran together. Imagine ਬਿਲਕੁਲ। someone from one jathebandi playing Vajja, another one playing Dilraba, and someone then playing Rabab or Tabla. Ji. So the very idea about We only tend to see collaboration- that at camps, and they only happen like once a year anyway. So it's quite strange that we can we have like a perfect experience at camps, for example, hana? That what Hanji. Sikhi is meant to be, perfect experience sanu milda. But why do we not see that experience all the time? Je enna sokha hai replicate ਕਰਨ ਨੂੰ, they make it look so easy, ਹਨਾ, ਕਿ ਕਿਸ ਤਰ੍ਹਾਂ ਉਹਨਾਂ ਨੇ replicate ਕੀਤਾ, but then why can't we replicate that all the time? ਕਿਉਂ ਨਹੀਂ ਹੁਣ ਸਾਰੇ ਜਥੇਬੰਦੀਆਂ ਇਕੱਠੇ ਹੋ ਕੇ ਜਿੱਦਾਂ ਕੈਂਪ ਦੇ ਵਿੱਚ ਉਹ ਸੇਵਾ ਕਰਦੇ ਆ, ਇਸੇ ਤਰ੍ਹਾਂ ਹਰੇਕ ਟਾਈਮ ਤੇ ਹਰੇਕ ਪਲੇਸ ਤੇ ਉਹ ਸੇਵਾ ਕਰ ਰਹੇ ਆ? ਨਹੀਂ ਆਫ ਕੋਰਸ, ਪਰ ਮੇਨ ਗੱਲ ਇਹਦੇ ਵਿੱਚੋਂ ਆਹ ਆ ਕਿ ਨਿਮਰਤਾ ਜੀ। ਤੇ ਸੇਵਾ ਤੇ ਸਿਮਰਨ ਇਹ ਬਹੁਤ ਇੰਪੋਰਟੈਂਟ ਆ। ਬਿਲਕੁਲ। ਜੇ ਸਾਡਾ ਆਤਮਕ ਤੌਰ ਤੇ ਅਸੀਂ ਤਕੜੇ ਨਹੀਂ ਹੋ ਸਕੇ, ਤਾਂ ਜੀ। ਐਨੀਥਿੰਗ ਫॉर ਐਗਜ਼ਾਮਪਲ ਜੇ ਮੇਰਾ ਨਿਤਨੇਮ ਨਹੀਂ ਹੈਗਾ ਤੇ ਕੋਈ ਵੀ ਚੀਜ਼ ਮੈਂ ਕਰੂੰਗਾ ਤੇ ਉਹਦੇ ਵਿੱਚ ਉਹ ਬਖਸ਼ਿਸ਼ ਗੁਰੂ ਸਾਹਿਬ ਦੀ ਨਹੀਂ ਹੋਊਗੀ, ਤਾਂ ਇਟ ਵਿਲ ਜੀ। ਐਂਡ ਅਪ ਇਨ ਫਸਦਾ। ਤਾਂ ਉਹੀ ਬਿਲਕੁਲ। ਗੱਲ ਹੈ ਕਿ ਬੇਸਿਕਸ ਆਪਣੇ ਬਹੁਤ ਜ਼ਰੂਰੀ ਆ, ਬਹੁਤ Yeah. ਜ਼ਿਆਦਾ ਜ਼ਰੂਰੀ ਆ। ਤੇ ਬੇਸਿਸ ਤੋਂ ਹੀ ਫਿਰ ਵੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ। ਤਾਂ ਉਹੀ ਗੱਲ ਆ ਜੀ। ਕਿ ਜਿਹੜੇ ਸਾਡੇ ਪੁਰਖੇ ਸੀਗੇ ਨਿਤਨੇਮੀ ਬਹੁਤ ਤਕੜੇ ਸੀ, ਆਪਣੇ ਕੀ ਕਹਿੰਦੇ ਆਪਣੇ ਜੜ੍ਹਾਂ ਦੇ ਨਾਲ ਜੁੜੇ ਸੀਗੇ, ਤੇ ਜੀ। ਉਸੇ ਕਰਕੇ ਆ ਸਾਰੇ ਐਕਸ਼ਨ ਨਿਕਲਦੇ ਸੀ। ਸੋ the very idea of having that fire around you that no one can ਹਾਂਜੀ। touch you, and like you are there to protect your own people plus other people as well. So it's just next level. So this is how you define Gursikh of Guru Sahib ਕਿ ਹਾਂ ਵੀ ਅਸੀਂ ਬਿਲਕੁਲ। ਸਰਬੱਤ ਦੇ ਉੱਤੇ ਜੰਮੇ। So ਜੀ। salute ਹੁੰਦਾ ਹੈ। And personally, when I came to UK from Punjab, the very idea for them Singh and the very idea of other Shaheed Singhs, so for me, like, it was wow. I started walking with so much confidence, and especially Churasi Singhs, the Gursikhs who attained Shaheed during 80s. Like for me, their Jeevan, Yeah. oh my God, it flipped everything in my mind. ਬਿਲਕੁਲ। ਜਿੱਦਾਂ ਮੈਂ ਇਦਾਂ ਕਰਕੇ ਪਹਿਲਾਂ ਤੁਰਨਾ, ਹੁਣ ਮੈਂ ਇਦਾਂ ਕਰਕੇ ਤੁਰਦਾ ਆ ਕਿ it was ਜੀ। recent. It's only because of their blood the Sikhi is flourishing today.
Yeah, bilkul sahi gal hai. So, Jaspreet Singh ji, if we start talking about, obviously, I mentioned the whole idea that Sikhs don't actually take part in Independence Day. Well, we shouldn't anyway, because again, Yeah. Independence Day has nothing to do with Sikhs. Sikhs were not independent. We're still not independent, and I don't know when Guru Sahib ne kado kirpa karni ਸਾਡੇ ਉੱਤੇ that both actually try and get independent again. What I find interesting is this kind of cynical vibe that we have. I'm sure you're aware as well. When I was in school, like back in like secondary school and things, when we were learning about the British Empire, Sikh independence, the Sikh Empire, the one thing that always comes up when you learn about India is that Mahatma Gandhi and Jawaharlal Nehru were the only ones to free India. I'm sure you've heard that a million times, correct? Yeah. And one thing that I found really funny was I was actually looking at Jawaharlal Nehru's and Mahatma Gandhi's speeches that they gave during the time when Udham Singh had actually killed General Michael Adwaya, and then just before he was hanged, the kind of speeches that they were giving, Jawaharlal Nehru actually said that it was a completely senseless act. मतलब कि ਉਹਦਾ ਕੋਈ ਕਰਨ ਦਾ ਕੋਈ ਇਰਾਦਾ ਹੀ ਨਹੀਂ ਸੀਗਾ. There was no need for it to happen. And then Mahatma Gandhi, who again most people claim to be this really peaceful person, someone who was amazing, this kind of God man type person. Very interesting is that Mahatma Gandhi used the phrase of a senseless work of an patriot, and Guru Gobind Singh Ji's creation of the Khalsa was that same senseless patriarchy. And I find that very, very interesting how during the time of that Azadi period, Jawaharlal Nehru had given a speech saying that the brave Sikhs of Punjab, they should get their own land and they should be entitled to their own land. Kis tarah ਇਹ ਛੇਤੀ ਕਿਦਾਂ ਬਦਲਾਵ ਹੋਣ ਲੱਗ ਪਿਆ ਸੀ the moment it got towards the 40s, ਜਦੋਂ ਪਤਾ ਲੱਗਣ ਲੱਗ ਪਿਆ ਸੀ that okay, you know what, the British are working with people like Mahatma Gandhi. When the traitorism started to come out, even nowadays you read it in schools that Mahatma Gandhi and Jawaharlal Nehru were the ones who saved India. But any educated person nowadays, they can put two and two together. They can understand it, that it wasn't that they were heroes, they were just touts. But what I find interesting is the difference in treatment when they were both in prison. I think that's the knock home idea, because obviously Mahatma Gandhi sent letters and things like that from in prison, and Sardar Udham Singh was beaten in prison. So what's this difference in treatment that's going on there? What do you think about that? ਮੈਂ ਤਾਂ the difference in treatment I'll say what happens is ਜਦੋਂ ਕੋਈ ਕਿਸੇ ਤੇ ਰਾਜ ਕਰਦਾ ਹੁੰਦਾ ਹੈ ਨਾ, Ji. they require some people to collaborate with them to uproot Yeah. other people. So but this very idea when Gauri came to so-called India, so they started with Bengal. ਜਦੋਂ ਉੱਥੇ ਬੰਗਾਲ ਦੇ ਵਿੱਚ ਉਹਨਾਂ ਨੇ ਆਪਣੇ ਇੰਸਟੀਟਿਊਸ਼ਨਸ ਖੜੇ ਕੀਤੇ, ਕਾਲਜਸ ਖੜੇ ਕੀਤੇ, so imagine by the time they've come to Punjab, so most of the people who came with the armies and tried to conquer Punjab, they were from Bengal. The Sodian whole regiment. So ਤਾਈਓ ਫਿਰ ਗੋਰਿਆਂ ਨੇ ਉਹ ਐਲੀਮੈਂਟ ਯੂਜ਼ ਕੀਤਾ ਡਿਊਰਿੰਗ 1857 ਹਨਾ, ਜਦੋਂ ਰੈਵੋਲੂਸ਼ਨ ਸੋ ਕਾਲਡ ਇੰਡੀਅਨ ਮਿਊਟਨੀ ਹੋਈ ਸੀਗੀ ਜੀ। ਤੇ ਪਰ ਆਹੀ ਗੱਲ ਆ ਕਿ ਜਦੋਂ ਕੋਈ ਰਾਜ ਸੱਤਾ ਕਰਦਾ ਆ ਤੇ ਉਹਨੂੰ ਕੋਈ ਚਾਹੀਦਾ ਹੁੰਦਾ ਆ ਕਿ ਜਿਹੜੇ ਉਹੀ ਕਮਿਊਨਿਟੀ ਦੇ ਵਿੱਚੋਂ ਹੋਣ ਕਿ ਉਹ ਮੇਰੀ ਹੈਲਪ ਕਰਨ। ਤਾਂ ਇਕੱਲੇ ਇੱਥੇ ਨਹੀਂ, ਹੋਰਾਂ ਮੁਲਕਾਂ ਦੇ ਵਿੱਚ ਵੀ ਆਹੀ ਹੋਇਆ ਆ। ਗੋਰਿਆਂ ਨੇ ਕਈਆਂ ਬੰਦੇ ਨੇ ਕੋਆਪਟ ਕੀਤਾ, ਕੋਆਪਟ ਕਰਕੇ ਉਹਨਾਂ ਦੇ ਨਾਲ ਵੀ ਕਈ ਡਿਸੀਜਨ ਬਣਾਏ ਤੇ ਬਾਅਦ ਚੋਂ ਫਿਰ ਹੋਰਾਂ ਬੰਦੇ ਨੂੰ ਸਾਈਡਲਾਈਨ ਕੀਤਾ। ਸੋ ਆਹੀ ਮੈਂ ਕਹਿ ਸਕਦਾ ਕਿ in a certain way I would like to argue that the very ruling class of so-called India now and back then, so they were operating in a certain framework which is still glorified, but ਆਪਣੇ ਗੁਰਸਿੱਖs with Maharaj Kripa, they always have to pass Shahida, so we were out of it. ਸਾਡੀ ਜਿਹੜੀ ਮੂਵਮੈਂਟ ਉਹ ਹਮੇਸ਼ਾ ਵੱਖਰੀ ਰਹੀ ਆ। ਇੰਡੀਅਨਸ ਦੀ ਮੂਵਮੈਂਟ ਉਹ ਵੱਖਰੀ ਸੀ। So it wasn't just one movement for so-called independence of India, but the idea of Sikh movement is all about sovereignty. ਪਰ ਮੈਂ ਆ ਵੀ ਗੱਲ ਕਹਿਣਾ ਚਾਹੂੰਗਾ ਰਾਜਵੀਰ ਸਿੰਘ ਜੀ ਕਿ ਗੁਰੂ ਨਾਨਕ ਦੇਵ ਜੀ ਦਾ ਸਿੱਕਾ ਚੱਲਦਾ ਆ, ਅੱਜ ਵੀ ਚੱਲਦਾ ਹੈ। ਜੇ ਦੇਖਿਆ ਜਾਵੇ ਸੰਤ ਜਰਨੈਲ ਸਿੰਘ ਜੀ ਖਾਲਸਾ ਜਦੋਂ ਬੋਲਦੇ ਹੁੰਦੇ ਸੀ ਨਾ, ਤੇ ਕੱਲਾ ਇੰਡੀਆ ਦੇ ਕਾਰਨਰ ਤੋਂ ਨਾ ਇੱਕ ਨਾ ਉਹ ਕਹਿੰਦਾ ਸੀ ਕਿ ਚਲੋ ਸ਼ੁਕਰ ਆ ਕੋਈ ਤਾਂ ਬੋਲਦਾ ਪਿਆ ਇਸ ਜ਼ਾਲਮ ਹਕੂਮਤ ਦੇ ਖਿਲਾਫ। ਤੇ ਕਹਿਣ ਦਾ ਭਾਵ ਆ ਕਿ ਗੁਰੂ ਨਾਨਕ ਦੇਵ ਜੀ ਦਾ ਸਿੱਕਾ ਚੱਲਦਾ ਤੇ ਚੱਲਦਾ ਰਹਿਣਾ ਹੀ ਆ। ਪਰ ਮੇਨ ਗੱਲ ਇਹ ਆ ਕਿ ਸਾਡੇ ਵਰਗੇ ਨੌਜਵਾਨ ਕਿੱਦਾਂ ਤਿਆਰ ਹੋ ਕੇ ਅੱਗੇ ਆਉਂਦੇ ਆ ਤੇ ਉਹਨੂੰ ਪ੍ਰਗਟ ਕਿੱਦਾਂ ਕਰਦੇ ਆ ਕਿ ਮਹਾਰਾਜ ਨੇ ਪਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ
ਤੇ ਧੰਨ ਸ਼੍ਰੀ ਦਸਮ ਬਾਣੀ ਦੇ ਵਿੱਚ ਵੀ। ਤੇ ਸਾਨੂੰ ਉਹੀ ਸਾਰੀਆਂ ਚੀਜ਼ਾਂ ਸਾਨੂੰ ਸਿੱਖਣੀਆਂ ਪੈਣੀਆਂ ਆ। ਜੇ ਅਸੀਂ ਜੀ ਦਸਮ ਬਾਣੀ ਦੇ ਨਾਲ ਨਾ ਜੁੜੇ, ਸਾਨੂੰ ਦੁਨਿਆਵੀ ਚੀਜ਼ ਦਾ ਕੁਝ ਪਤਾ ਨਹੀਂ ਲੱਗਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਾਂ ਪੂਰੀ ਖਲਕਤ ਦੇ ਜਿੱਦਾਂ ਕਹ ਲਓ ਗੁਰੂ ਸਾਹਿਬ ਆ। ਸੋ ਉਹੀ ਸਾਨੂੰ ਸਾਰੀਆਂ ਚੀਜ਼ਾਂ ਵਾਚਣੀਆਂ ਪੈਣੀਆਂ ਤੇ ਸੋਚਣੀਆਂ ਪੈਣੀਆਂ। ਹੁਣ ਇਹ ਸਮਾਂ ਆ ਸਾਡੇ ਕੋਲ ਸਾਹ ਲੈਣ ਦਾ, ਬਿਕਾਜ਼ ਦ ਜੀ ਸਟੇਟਸ ਆਰ ਨਾਟ ਐਂਟੀ ਸਿੱਖ yet, but I don't ਯਾ know, maybe in future it may become. So it's the ਤਿਆਰੀ time, I will say. ਜੀ ਬਿਲਕੁਲ ਜੀ ਤਿਆਰੀ ਟਾਈਮ ਆਈ ਥਿੰਕ ਐਟ ਦ ਮੋਮੈਂਟ ਨਾਓ ਡੇਜ਼ ਐਜ਼ ਵੈਲ ਤਿਆਰੀ ਤਾਂ ਹੁਣ ਸਾਡੀ ਹੋਣੀ ਚਾਹੀਦੀ ਸੀ ਬਾਈ ਨਾਓ ਵੀ ਸ਼ੁੱਡ ਬਿਕਾਜ਼ ਵਨ ਥਿੰਗ ਆਈਵ ਨੋਟਿਸਡ ਐਂਡ ਆਮ ਸ਼ੋਰ ਯੂ ਪ੍ਰੋਬਬਲੀ ਨੋਟਿਸਡ ਦਿਸ ਐਜ਼ ਵੈਲ ਪੰਥ ਦੇ ਵਿੱਚ ਸਾਡੇ ਕੋਲ ਵਿਦਵਾਨ ਹੈਗੇ ਆ, ਕਥਾਵਾਚਕ ਹੈਗੇ ਆ, ਢਾਡੀ ਕਰਨ ਵਾਲੇ ਹੈਗੇ ਆ, ਕਵਿਸ਼ਰ ਹੈਗੇ ਆ, ਕੀਰਤਨ ਕਰਨ ਵਾਲੇ ਹੈਗੇ ਆ, ਪਰ ਸਿੱਖ ਕੌਮ ਦੇ ਵਿੱਚ ਡਿਬੇਟਰ ਹੈ ਨਹੀਂ। Debaters in the Sikh Qawm are completely, you know, it's like they don't exist. But some के Sikh ਪੰਥ ਦੇ ਵਿੱਚ ਸਾਨੂੰ ਡਿਬੇਟਰਾਂ ਦੀ ਜ਼ਿਆਦਾ ਲੋੜ ਆ because I feel like ਪੈਰੇ ਪੈਰੇ ਤੇ ਪੱਤੇ ਪੱਤੇ ਤੇ ਸਾਨੂੰ ਕਈ ਵਾਰੀ ਆਪਣੀ ਆਈਡੈਂਟੀਟੀ ਜਿਹੜੀ ਆ ਦਿਖਾਉਣੀ ਪੈਂਦੀ ਆ। We have to prove our identity. Even when we were children, ਕਦੇ ਸਾਨੂੰ ਕਿਸੇ ਨਾਲ ਦੱਸਿਆ ਜਾਂਦਾ ਸੀ, people were calling us Talibans, Terminators, you know, all these terrible names. And even now, sometimes you're walking down the street, you're walking down Soho Road, and someone will shout terrorist or something like that to you because they don't know the difference. So ਮੈਨੂੰ ਲੱਗਦਾ ਕਿ ਜਿੱਦਾਂ ਸਿੱਖ ਪੰਥ ਦੇ ਵਿੱਚ ਜਿੱਥੇ ਅਸੀਂ you know we're kind of working towards that idea of being able to understand our Sikh dharam, but I say we should be able to understand all the religions as well. Because again, Guru Gobind Singh Ji Maharaj's 52 hukams, they also say that ਸਾਨੂੰ ਬਾਕੀ ਧਰਮਾਂ ਪੁਸਤਕਾਂ ਦਾ ਵੀ ਜਿਹੜਾ ਗਿਆਨ ਹੋਣਾ ਚਾਹੀਦਾ, ਪਰ ਵਿਸ਼ਵਾਸ ਸਿਰਫ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਣਾ ਚਾਹੀਦਾ। And I think, you know, that shows that what Guru Sahib had planned for us. I was reading one of Sardar Kapoor Singh Ji's speeches, so the person who wrote the Anandpur Mata, the original Anandpur Mata. I was reading one of his speeches in Parliament, and I understood how much gyan he had just by one phrase, because he mentioned curate's egg. Curate's egg is a reference from Greek mythology. So I was shocked to see that someone from Punjab, who, you know, we already knew was quite a vidwan person, someone who knew so much knowledge, but then to have knowledge of such a vast majority of, to be able to even know things about, you know, Greek mythology, things that, you know, again, don't exist, but they're part of that community's specific, you know, ideals and ideology. And that was really interesting to me, how, you know, that's really what a Sikh should be, someone who has gyan of everything. Exactly, Rajveer Singh ji, exactly. It's so beautiful he said it, because it's much needed nowadays, है ना? But मैं ਇਹ ਤੋਂ ਪਹਿਲਾਂ ਹੋਰ ਗੱਲ ਕਹਿਣਾ ਚਾਹੂੰਗਾ, it's about the global consciousness of being a Sikh. जी So imagine during Maharaja Ranjit Singh's Raj, one of the top military generals run away from one of the armies in France, and guess where they get employed? They get employed in Punjab. जी So even loads of writers, they wrote about how the education in Punjab was just next level. yeah So even Gandhi Party, if the movement you look at, so they have, our Gursikh, we have a global consciousness. So aha galla Ji. ke when we talk about certain things, so being a Gursikh, Maharaj has given us a treasure which Bilkul. talks about all major religions, which talk about basically all the elements which Ji. exist, and most importantly, it focuses on man, spirituality Yeah. ਦੀ ਵੀ ਗੱਲ ਕਰਦੇ, so which resonates within everyone. So Bilkul. ਉਹੀ ਗੱਲ ਆ ਕਿ ਸਾਡੀ ਜਿਹੜੀ globalist consciousness ਆ, so imagine Ghadar party started, they took decisions to rebel. So Yeah. imagine how learned they were, because they knew the world wars are coming, they knew the things are going to change very soon. So this Yeah. very idea of being in tune with Maharaj, because that's from where you get peace. But on the other side, having worldly knowledge, again, it comes from Maharaj, because Maharaj Exactly. gives so many different examples, so many different languages, and I feel blessed. Like I can talk to someone from Arabic background, I can talk to someone from person who speaks Farsi, and Yeah. I can talk to basically people from all different parts of so-called India. The only reason is Guru Ji. Granth Sahib Ji Maharaj. So if we get closer to Maharaj, and this is personally which I feel, Maharaj are Sarv Kala Samrat. They got everything. Bilkul. When we start walking towards Maharaj, or these Kalama, and the very idea of dialogue. ਹੁਣ ਜਿੱਦਾਂ ਮਹਾਰਾਜ ਜਿੱਥੇ ਗਏ, ਮਹਾਰਾਜ ਨੇ ਗੋਸ਼ਟੀਆਂ ਕੀਤੀਆਂ। ਜੀ ਇੱਕ ਜਿੱਦਾਂ ਬਾਪੂ ਨਹੀਂ ਸਮਝਾਉਂਦਾ ਹੁੰਦਾ ਆਪਣੇ ਬੱਚਿਆਂ ਨੂੰ, ਜੀ ਮਹਾਰਾਜ ਨੇ ਕਿਸੇ ਨੂੰ ਨੀਵਾਂ ਨਹੀਂ ਦਿਖਾਇਆ। ਬਿਲਕੁਲ। ਏਦਾਂ ਨਹੀਂ ਕਿਹਾ ਕਿ ਤੂੰ ਨੀਵਾਂ। ਇੱਕ ਲੌਜਿਕ ਦੇ ਆਧਾਰ ਤੇ ਗੁਰੂ ਸਾਹਿਬ ਨੇ ਜਿਹੜੀ ਆ ਗੱਲ ਕੀਤੀ ਆ, ਤੇ ਉਸ ਲੌਜਿਕ ਨੂੰ ਫਿਰ ਅਸੀਂ ਅੱਗੇ ਵਧਾਉਣਾ ਚਾਹੁੰਦੇ ਆ। ਸੰਗਤ ਜੀ,
ਸਮਾਪਤੀ ਦਾ ਸਮਾਂ ਜਿਹੜਾ ਲਾਗੇ ਛਾਗੇ ਹੋ ਰਿਹਾ ਹੈ, ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਲੀਜ਼ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮ ਦੇ ਵਿੱਚ ਜ਼ਰੂਰ ਹਿੱਸਾ ਪਾਇਆ ਕਰੋ, ਕਿਉਂਕਿ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਆ ਕਾਫੀ ਵੱਡੇ ਪੱਧਰ ਤੇ ਅਸੀਂ ਬਣਾਉਣਾ ਚਾਹੁੰਦੇ ਹਾਂ, ਤਾਂ ਕਿ ਸਿੱਖ ਯੂਥ ਦੇ ਜਿਹੜੇ ਨੌਜਵਾਨ ਆ, ਸਿੱਖ ਧਰਮ ਦੇ ਵਿੱਚ ਜਿਹੜੇ ਨੌਜਵਾਨ ਆ, ਉਹਨਾਂ ਨੂੰ ਇੱਕ ਪਲੇਟਫਾਰਮ ਮਿਲੇ ਜਿਹਦੇ ਉੱਤੇ ਉਹ ਆਪਣੀ ਗੱਲ ਰੱਖ ਸਕਣ। ਬੋਲੇ ਸੋਹਣੇ ਹਾਲ ਸਾ